ਵਾਹਿਗੁਰੂ ਸਾਹਿਬ ਜੀਓ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਗਨ ਕਰੈ ਬਦ ਫੈਲ ਜੋ, ਨਗਨ ਸੀਸ ਜੋ ਖਾਏ। ਨਗਨ ਪ੍ਰਸਾਦ ਜੋ ਬਾਟਈ, ਤਨਖਾਹੀ ਵੱਡੋ ਸਦਾਏ। ਨਗਨ ਕਰੈ ਬਦ ਫੈਲ ਜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ। ਆਪਾਂ ਸਰਬੱਤ ਗੁਰੂ ਕੀਆਂ ਸੰਗਤਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼ਾਮਾਂ ਵੇਲੇ ਦੇ ਦੀਵਾਨਾਂ ਅੰਦਰ ਜੁੜ ਮਿਲ ਬੈਠ ਕਰਕੇ ਪਾਵਨ ਹਾਜ਼ਰੀਆਂ ਭਰ ਰਹੇ ਹਾਂ, ਜਿਸ ਦੇ ਅੰਦਰ ਸਤਿਗੁਰੂ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਬਚਨਾਂ ਨੂੰ ਭਾਈ ਨੰਦ ਲਾਲ ਸਾਹਿਬ ਜੀ ਦੇ ਰਾਹੀਂ ਸ੍ਰੀ ਤਨਖਾਹਨਾਮਾ ਗ੍ਰੰਥ ਵਿੱਚੋਂ ਵਿਚਾਰ ਕਰਕੇ ਆਪਣੇ ਜੀਵਨ ਦੀ ਜਿਹੜੀ ਰਹੁ ਰੀਤੀ ਉਸ ਨੂੰ ਸਿੱਖਣ ਦਾ ਯਤਨ ਕਰਦੇ ਹਾਂ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਸ਼ਮੇਸ਼ ਪਿਤਾ ਜੀ ਨੂੰ ਭਾਈ ਨੰਦ ਲਾਲ ਸਾਹਿਬ ਜੀ ਨੇ ਇਹ ਬਚਨ ਕੀਤੇ ਕਿ ਸਤਿਗੁਰੂ ਸਾਹਿਬ ਜੀਓ, ਜਿਹੜੀ ਗੁਰਸਿੱਖਾਂ ਦੀ ਰਹੁ ਰੀਤੀ ਹੈ, ਖਾਲਸੇ ਦੀ ਰਹਿਣੀ ਬਹਿਣੀ ਹੈ, ਉਸ ਦੀ ਬਾਬਤ ਆਪ ਜੀ ਦੱਸਣਾ ਕਰੋ। ਇਹ ਬਚਨ ਸੁਣ ਕਰਕੇ ਸਤਿਗੁਰੂ ਸਾਹਿਬ ਜੀ ਨੇ ਜਿਸ ਪ੍ਰਕਾਰ ਪਾਵਨ ਬਚਨ ਬੋਲੇ, ਉਹ ਬੜੇ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਸ਼ਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਗਨ ਕਰੈ ਬਦ ਫੈਲ ਜੋ। ਸਤਿਗੁਰੂ ਸਾਹਿਬ ਜੀ ਆਖਣ ਲੱਗੇ ਕਿ ਭਾਈ ਨੰਦ ਲਾਲ ਜੀ, ਸਿੱਖਾਂ ਦੀ ਜਿਹੜੀ ਰਹੁ ਰੀਤੀ ਹੈ ਉਸ ਨੂੰ ਸੁਣਨਾ ਕਰੋ ਕਿ ਗੁਰੂ ਕਾ ਸਿੱਖ ਪਰਮੇਸ਼ਰ ਵਾਹਿਗੁਰੂ ਨੂੰ ਹਮੇਸ਼ਾ ਹਾਜ਼ਰ ਨਾਜ਼ਰ ਜਾਣਦਿਆਂ ਹੋਇਆਂ ਜਦੋਂ ਭੋਗ ਰਸ ਵੀ ਮਾਣੇ, ਉਸ ਵੇਲੇ ਵੀ ਸੰਪੂਰਨ ਜਿਹੜਾ ਨਗਨ ਨਾ ਹੋਣਾ ਕਰੇ।
ਤੇ ਜਿਹੜਾ ਇਸ ਪ੍ਰਕਾਰ ਇਦਾਂ ਦੀ ਕੁਰੀਤੀ ਕਰਨਾ ਕਰਦਾ ਹੈ, ਨਗਨ ਸੀਸ ਜੋ ਖਾਏ। ਇੱਥੇ ਪੁਰਾਣੀ ਪੋਥੀ ਦੇ ਅੰਦਰ ਇਸ ਪ੍ਰਕਾਰ ਹੀ ਪਾਠ ਆਇਆ ਹੈ। ਆਮ ਪ੍ਰਚਲਿਤ ਪਾਠ ਦੇ ਵਿੱਚ ਆਉਂਦਾ ਹੈ, ਨਗਨ ਹੋਏ ਬਾਹਰ ਫਿਰੈ, ਕਿ ਜਿਹੜਾ ਗੁਰਸਿੱਖ ਹੋ ਕਰਕੇ ਨੰਗੇ ਸੀਸ, ਸਿਰ ਦੇ ਉੱਪਰੋਂ ਕੱਪੜਾ ਲਾ ਕਰਕੇ ਬਾਹਰ ਬਾਜ਼ਾਰਾਂ ਦੇ ਵਿੱਚ ਫਿਰਦਾ ਹੈ। ਇੱਥੇ ਵਿਚਾਰ ਕਰਨੀ ਬੜੀ ਜ਼ਰੂਰੀ ਹੈ ਕਿ ਆਮ ਸਾਡੇ ਗੁਰਸਿੱਖਾਂ ਦੇ ਘਰਾਂ ਦੇ ਵਿੱਚ ਜਿਹੜੇ ਬੱਚੇ ਨੇ, ਜਦੋਂ ਐਤਵਾਰ ਦਾ ਦਿਨ ਹੁੰਦਾ, ਕੇਸੀ ਇਸ਼ਨਾਨ ਕਰਕੇ ਕੇਸਾਂ ਨੂੰ ਬੈਠ ਕੇ ਸੁਕਾਉਣ ਦੀ ਬਜਾਏ, ਹਰਿਆ ਕਰਨ ਦੀ ਬਜਾਏ ਸਾਈਕਲ ਫੜ ਕਰਕੇ ਜਾਂ ਪੈਦਲ ਤੁਰ ਕੇ ਬਾਜ਼ਾਰਾਂ ਦੇ ਵਿੱਚ ਚਲੇ ਜਾਂਦੇ ਆ, ਤੇ ਉਹੀ ਜਿਹੜਾ ਮਿੱਟੀ ਘੱਟਾ ਫਿਰ ਉਹਨਾਂ ਪਾਵਨ ਕੇਸਾਂ ਦੇ ਉੱਪਰ ਪੈ ਜਾਂਦਾ ਹੈ। ਇਸ ਲਈ ਗੁਰੂ ਮਰਿਆਦਾ ਇਹ ਹੈ ਕਿ ਜਿਹੜੇ ਪਾਵਨ ਕੇਸ, ਉਸ ਨੂੰ ਜਦੋਂ ਵੀ ਅਸੀਂ ਕੇਸੀ ਇਸ਼ਨਾਨ ਕਰੀਏ ਤਾਂ ਉਸ ਵੇਲੇ ਇੱਕ ਜਗ੍ਹਾ ਬੈਠ ਕੇ ਜਾਂ ਖੜ ਕੇ ਆਪਣੇ ਕਮਰੇ ਦੇ ਵਿੱਚ ਉਹਨਾਂ ਪਾਵਨ ਕੇਸਾਂ ਨੂੰ ਸੁਕਾਇਆ ਜਾਵੇ। ਜਿਹੜਾ ਬਾਹਰ ਐਵੇਂ ਤੁਰੇ ਫਿਰਨਾ, ਇਸ ਨੂੰ ਗੁਰੂ ਕੀ ਮਰਿਆਦਾ ਨਹੀਂ ਆਖਿਆ ਜਾ ਸਕਦਾ। ਸਤਿਗੁਰੂ ਸਾਹਿਬ ਜੀ ਆਖਦੇ ਨੇ ਕਿ ਨਗਨ ਹੋਏ ਬਾਹਰ ਫਿਰੈ, ਕਿ ਜਿਹੜਾ ਇਸ ਪ੍ਰਕਾਰ ਨੰਗੇ ਸੀਸ ਹੋ ਕਰਕੇ ਬਾਹਰ ਫਿਰਦਾ ਹੈ, ਉਹ ਜਿਹੜਾ ਤਨਖਾਹੀਆ ਹੈ, ਉਸ ਨੂੰ ਸਜ਼ਾ ਲੱਗਣੀ ਚਾਹੀਦੀ ਹੈ, ਕੋਈ ਪੁਨਿਸ਼ਮੈਂਟ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ। ਤੇ ਆਮ ਜਿਹੜੀਆਂ ਸਾਡੀਆਂ ਮਾਤਾਵਾਂ ਭੈਣਾਂ ਨੇ, ਉਹਨਾਂ ਅੰਦਰ ਵੀ ਇਹ ਰਹੋ ਰੀਤੀ ਪ੍ਰਚਲਿਤ ਹੋ ਰਹੀ ਹੈ ਕਿ ਆਮ ਆਪਾਂ ਵੇਖਦੇ ਹਾਂ ਕਿ ਘਰ ਦੇ ਵਿੱਚ ਵੀ ਔਰ ਘਰੋਂ ਬਾਹਰ ਜਾਣ ਵੇਲੇ ਕੋਈ ਟਾਵੀਂ ਭੈਣ ਹੋਵੇਗੀ ਜਿਹੜੀ ਸੀਸ ਆਪਣੇ ਕੇਸਾਂ ਨੂੰ ਢੱਕ ਕੇ ਰੱਖਦੀ ਹੈ। ਨਹੀਂ ਤੇ ਆਮ ਮਨੋਦਸ਼ਾ ਇਹ ਬਣ ਚੁੱਕੀ ਹੈ ਕਿ ਕੇਸਾਂ ਨੂੰ ਕੱਜਣਾ ਇੱਕ ਗੁਲਾਮੀ ਬਣਦੀ ਜਾ ਰਹੀ ਹੈ, ਕਿ ਜਿਵੇਂ ਇਹ ਕੋਈ ਸਜ਼ਾ ਹੋਵੇ। ਅਸੀਂ ਆਮ ਹੀ ਦੇਖਦੇ ਹਾਂ ਕਿ ਸਿਰੋਂ ਨੰਗੇ ਰਹਿਣਾ ਇਸ ਗੁਰਮਤ ਦੇ ਅੰਦਰ ਬੜਾ ਮਾੜਾ ਸਮਝਿਆ ਜਾਂਦਾ ਸੀ। ਆਮ ਜਿਹੜੀਆਂ ਔਰਤਾਂ ਨੇ, ਉਹ ਹਮੇਸ਼ਾ ਹੀ ਜਿਹੜਾ ਸਿਰ ਹੈ ਉਸ ਨੂੰ ਕੱਜ ਕੇ ਰੱਖਦੀਆਂ ਨੇ, ਕਿਉਂਕਿ ਇਸ ਦੇ ਨਾਲ ਸਾਡੀ ਜਿਹੜੀ ਸਿਆਣਪ ਹੈ, ਘਰ ਪਰਿਵਾਰ ਤੋਂ ਮਿਲੀ ਹੋਈ ਜਿਹੜੀ ਸਿੱਖਿਆ ਹੈ, ਉਸ ਦਾ ਪਤਾ ਲੱਗਦਾ ਹੈ। ਪੁਰਾਣੇ ਸਮੇਂ ਦੇ ਅੰਦਰ ਜਿੰਨੇ ਵੀ ਬਜ਼ੁਰਗ ਗੁਰਸਿੱਖ ਹੁੰਦੇ ਸਨ ਜਾਂ ਗੁਰਸਿੱਖ ਨਹੀਂ ਵੀ ਹੁੰਦੇ ਸਨ, ਪਰ ਉਹ ਫਿਰ ਵੀ ਆਪਣੇ ਕੇਸਾਂ ਨੂੰ ਰੁਮਾਲ ਦੇ ਨਾਲ ਜਾਂ ਆਮ ਸਾਫੇ ਡੱਬੀਆਂ ਵਾਲੇ ਹੁੰਦੇ ਸੀ, ਉਹ ਬੰਨ੍ਹ ਕੇ ਰੱਖਦੇ ਸਨ। ਸੋ ਉਹ ਅੱਜ ਦੇ ਸਮੇਂ ਦੇ ਅੰਦਰ ਜਿਹੜੀ ਰਹੋ ਰੀਤੀ ਹੈ ਉਹ ਖਤਮ ਹੁੰਦੀ ਜਾ ਰਹੀ ਹੈ। ਇਸ ਲਈ ਆਪਾਂ ਨੂੰ ਇਹ ਯਤਨ ਕਰਨਾ ਬਣਦਾ ਹੈ ਕਿ ਅਸੀਂ ਸਤਿਗੁਰੂ ਸਾਹਿਬ ਜੀ ਦੇ ਪਾਵਨ ਜਿਹੜੇ ਇਹ ਕੇਸ ਜੋ ਮੋਹਰ ਰੂਪ ਹਨ, ਇਹਨਾਂ ਦੀ ਸਾਂਭ ਸੰਭਾਲ ਕਰਨੀ ਬੜੀ ਜ਼ਰੂਰੀ ਹੈ। ਸਤਿਗੁਰੂ ਸਾਹਿਬ ਜੀ ਆਖਦੇ ਹਨ ਕਿ ਜਿਹੜੇ ਨੰਗੇ ਸਿਰ ਹੋ ਕਰਕੇ ਬਾਹਰ ਗਲੀਆਂ ਦੇ ਵਿੱਚ ਫਿਰਦੇ ਨੇ ਤੇ ਨਗਨ ਸੀਸ ਜੋ ਖਾਏ, ਤੇ ਜਦੋਂ ਕੋਈ ਪ੍ਰਸ਼ਾਦਾ ਪਾਣੀ ਛਕਣਾ ਹੋਵੇ ਉਦੋਂ ਵੀ ਜਿਹੜੇ ਨੰਗੇ ਸਿਰ ਰਹਿੰਦੇ ਹਨ, ਉਹ ਵੀ ਮਾਨੋ ਤਨਖਾਹੀ ਨੇ, ਉਹਨਾਂ ਨੂੰ ਵੀ ਸਜ਼ਾ ਲੱਗਣੀ ਚਾਹੀਦੀ ਹੈ। ਇੱਕ ਸਾਡੀ ਆਮ ਆਦਤ ਹੈ ਕਿ ਜਿਹੜੀ ਗੱਲ ਸਾਨੂੰ ਗੁਰੂ ਸਾਹਿਬਾਨ ਨੇ ਆਖੀ ਹੈ, ਉਸ ਨੂੰ ਅਸੀਂ ਬਹੁਤੀ ਤਰਜੀਹ ਨਹੀਂ ਦਿੰਦੇ, ਪਰ ਜਦੋਂ ਉਹੀ ਗੱਲ ਸਾਨੂੰ ਕੋਈ ਵੈਦ ਹਕੀਮ ਆਖਦਾ, ਅਸੀਂ ਬੜੀ ਛੇਤੀ ਮੰਨ ਲੈਂਦੇ ਹਾਂ। ਤੁਸੀਂ ਦੇਖੋ, ਡਾਕਟਰ ਜਦੋਂ ਵੀ ਆਪਰੇਸ਼ਨ ਕਰਦਾ ਹੈ, ਉਸ ਦਾ ਆਪਣਾ ਜਿਹੜਾ ਸਰੀਰ ਦਾ ਇੱਕ ਅੰਗ ਢਕਿਆ ਹੁੰਦਾ, ਇੱਥੋਂ ਤੱਕ ਜਿਹੜੇ ਕੇਸ ਹਨ, ਸਿਰ ਹੈ, ਉਹ ਵੀ ਢਕਿਆ ਹੁੰਦਾ।
ਕਿਉਂਕਿ ਪਤਾ ਨਹੀਂ ਕਿ ਉਹ ਆਪਰੇਸ਼ਨ ਕਰਨ ਵੇਲੇ ਜੇ ਕੇਸ ਦਾ ਇੱਕ ਕਿਣਕਾ ਵੀ ਆ ਕੇ ਡਿੱਗ ਪਿਆ ਤੇ ਉਹ ਪਤਾ ਨਹੀਂ ਕੀ ਨੁਕਸਾਨ ਹੋ ਜਾਣਾ ਹੈ। ਉਸੇ ਪ੍ਰਕਾਰ ਹੀ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਇਹ ਸਿੱਖਿਆਵਾਂ ਦਿੱਤੀਆਂ ਨੇ ਕਿ ਜਿਹੜਾ ਸਿਰ ਹੈ ਉਸ ਨੂੰ ਪ੍ਰਸ਼ਾਦਾ ਪਾਣੀ ਛਕਦਿਆਂ ਹੋਇਆਂ ਕੇਸੀ ਇਸ਼ਨਾਨ ਕਰਨ ਤੋਂ ਬਾਅਦ ਸੁਕਾਉਣ ਵੇਲੇ ਇਸ ਨੂੰ ਕੱਜ ਕੇ ਰੱਖਣਾ। ਇਹ ਸਾਨੂੰ ਸਤਿਗੁਰੂ ਸਾਹਿਬ ਜੀ ਦੀਆਂ ਦਿੱਤੀਆਂ ਹੋਈਆਂ ਮੁੱਢ ਕਦੀਮਾ ਸਿੱਖਿਆਵਾਂ ਹਨ। ਜਿਹੜਾ ਇਹਨਾਂ ਸਿੱਖਿਆਵਾਂ ਨੂੰ ਨਹੀਂ ਮੰਨਣਾ ਕਰਦਾ, ਨਗਨ ਪ੍ਰਸਾਦ ਜੋ ਬਾਟਈ। ਤੇ ਤੀਸਰਾ ਬਚਨ ਸਤਿਗੁਰੂ ਜੀ ਆਖਣ ਲੱਗੇ ਕਿ ਜਿਹੜਾ ਨੰਗੇ ਸਿਰ ਜਿਹੜਾ ਪ੍ਰਸ਼ਾਦ ਹੈ ਇਸ ਨੂੰ ਵਰਤਾਉਣਾ ਕਰਦਾ ਹੈ। ਲੰਗਰ ਦੀ ਜਿਹੜੀ ਰਹੁ ਰੀਤੀ ਹੈ ਉਹ ਵੀ ਨਾਸ ਤੋਂ ਨਾਬੂਦ ਹੁੰਦੀ ਜਾ ਰਹੀ ਹੈ। ਆਮ ਪਹਿਲਾਂ ਘਰਾਂ ਦੇ ਵਿੱਚ ਦਾਸ ਨੇ ਵੀ ਇਹ ਗੱਲ ਵੇਖੀ ਹੈ ਕਿ ਬਾਹਰ ਘਰਾਂ ਦੇ ਚੌਂਕੇ ਹੁੰਦੇ ਸੀ ਤੇ ਜਦੋਂ ਵੀ ਚੌਂਕੇ ਦੇ ਵਿੱਚ ਜਾਣਾ ਆਪਣੀਆਂ ਚੱਪਲਾਂ ਬੂਟ ਉਹਨਾਂ ਨੂੰ ਲਾ ਕੇ ਫਿਰ ਚੌਂਕੇ ਦੇ ਵਿੱਚ ਵੜਿਆ ਜਾਂਦਾ ਸੀ, ਕਿਉਂਕਿ ਉਹ ਇੱਕ ਸਾਡੀ ਬੜੀ ਪਵਿੱਤਰ ਜਗ੍ਹਾ ਹੈ ਜਿਸ ਜਗ੍ਹਾ ਅਸੀਂ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਹਾਂ। ਇਸ ਲਈ ਮਨੋਵਿਗਿਆਨਿਕ ਇਹ ਗੱਲ ਆਖਦੇ ਹਨ ਕਿ ਜਿਹੜਾ ਸਾਡਾ ਮਨ ਹੈ ਇਸ ਤੇ ਬਹੁਤ ਗਹਿਰਾ ਅਸਰ ਸਾਡੇ ਖਾਣ ਪੀਣ ਦੇ ਉੱਪਰ ਪੈਂਦਾ ਹੈ। ਜਿਵੇਂ ਦਾ ਸਾਡਾ ਖਾਣਾ ਦਾਣਾ ਰਹੁ ਰੀਤੀ ਹੋਵੇਗੀ ਉਸ ਦਾ ਜਿਹੜਾ ਅਸਰ ਹੈ ਸਾਡੇ ਮਨ ਦੇ ਉੱਪਰ ਪੈਣਾ ਸ਼ੁਰੂ ਹੋਵੇਗਾ। ਇਸ ਲਈ ਜੇ ਅਸੀਂ ਗੁਰਬਾਣੀ ਦੇ ਨਾਲ ਪਾਵਨ ਨਾਮ ਦੇ ਨਾਲ ਜੁੜਨਾ ਚਾਹੁੰਦੇ ਹਾਂ, ਮਨ ਨੂੰ ਜੋੜਨਾ ਚਾਹੁੰਦੇ ਹਾਂ, ਪਹਿਲਾਂ ਸਾਨੂੰ ਜਿਹੜਾ ਆਹਾਰ ਹੈ ਖਾਣਾ ਪੀਣਾ ਹੈ ਇਸ ਨੂੰ ਸ਼ੁੱਧ ਕਰਨਾ ਪਵੇਗਾ। ਸਤਿਗੁਰੂ ਸਾਹਿਬ ਜੀ ਆਖਦੇ ਨੇ ਕਿ ਜਿਹੜਾ ਨੰਗੇ ਸਿਰ ਹੋ ਕਰਕੇ ਪ੍ਰਸ਼ਾਦਾ ਪਾਣੀ ਵਰਤਾਉਣਾ ਕਰਦਾ ਹੈ, ਤਨਖਾਹੀ ਵੱਡੋ ਸਦਾਏ। ਸਤਿਗੁਰੂ ਸਾਹਿਬ ਜੀ ਆਖਦੇ ਨੇ ਕਿ ਭਾਈ ਨੰਦ ਲਾਲ ਜੀ, ਭਾਈ ਗੁਰਸਿੱਖੋ ਸੁਣਨਾ ਕਰੋ। ਐਸਾ ਕਰਨ ਵਾਲਾ ਜਿਹੜਾ ਮਨੁੱਖ ਹੈ, ਗੁਰਸਿੱਖ ਹੈ, ਤਨਖਾਹੀ ਵੱਡੋ ਸਦਾਏ, ਉਸ ਨੂੰ ਵੱਡਾ ਤਨਖਾਹੀਆ ਆਖਣਾ ਕਰੋ। ਮਾਨੋ ਉਸ ਨੂੰ ਵੱਡੀ ਜਿਹੜੀ ਸਜ਼ਾ ਹੈ ਉਹ ਦੇਣੀ ਬਣਦੀ ਹੈ ਜਿਹੜਾ ਇਸ ਪ੍ਰਕਾਰ ਕਰੇਗਾ। ਚੌਪਈ ਖਾਲਸਾ ਸੋਈ ਜੋ ਨਿੰਦਾ ਤਿਆਗੈ। ਅੱਗੇ ਸਤਿਗੁਰੂ ਸਾਹਿਬ ਜੀ ਦੱਸਣ ਲੱਗੇ ਕਿ ਜਿਹੜਾ ਖਾਲਸਾ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਉਹ ਜਿਹੜਾ ਖਾਲਸਾ ਖਾਸ ਰੂਪ ਹੈ, ਸਤਿਗੁਰੂ ਸਾਹਿਬ ਜੀ ਉਸ ਦੀ ਮਰਿਆਦਾ, ਉਸ ਦੀ ਜਿਹੜੀ ਰਹੁ ਰੀਤੀ ਹੈ, ਉਸ ਦੇ ਜਿਹੜੇ ਚਿੰਨ੍ਹ ਸਰੂਪ ਹੈ ਉਹ ਦੱਸਣਾ ਕਰਦੇ ਹਨ ਕਿ ਜੋ ਨਿੰਦਾ ਤਿਆਗੈ ਸੋਈ ਖਾਲਸਾ। ਜਿਹੜਾ ਆਪਣੇ ਜੀਵਨ ਦੇ ਵਿੱਚੋਂ ਕਿਸੇ ਦੀ ਨਿੰਦਿਆ ਕਰਨੀ ਛੱਡ ਦੇਵੇ ਉਹੀ ਖਾਲਸਾ, ਉਹੀ ਸ਼ੁੱਧ ਹੋ ਸਕਦਾ ਹੈ। ਭਗਤ ਕਬੀਰ ਸਾਹਿਬ ਜੀ ਦੇ ਵੀ ਬਚਨ ਹਨ, ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ। ਇਹ ਜਿਹੜੀ ਨਿੰਦਿਆ ਕਰਨੀ ਇਹ ਕਿਸੇ ਦੀ ਚੰਗੀ ਨਹੀਂ ਹੈ, ਇਹ ਸਾਨੂੰ ਮੂਰਖ ਬਣਾਉਣ ਵਾਲੀ ਹੈ, ਮਨਮੁਖ ਬਣਾਉਣ ਵਾਲੀ ਹੈ। ਇਸ ਲਈ ਹਮੇਸ਼ਾ ਹੀ ਇਸ ਨਿੰਦਿਆ ਤੋਂ, ਕਰਨ ਤੋਂ ਔਰ ਸੁਣਨ ਤੋਂ ਬਚਿਆ ਜਾਵੇ ਤੇ ਖਾਲਸਾ ਵੀ ਉਹੀ ਬਣ ਸਕਦਾ ਹੈ। ਸਤਿਗੁਰੂ ਸਾਹਿਬ ਜੀ ਦਾ ਸੱਚਾ ਸੁੱਚਾ ਗੁਰਸਿੱਖ ਉਹੀ ਬਣ ਸਕਦਾ ਹੈ ਜਿਹੜਾ ਬਾਕੀ ਨਸ਼ੇ ਆਦਿਕ ਦੀਆਂ ਚੀਜ਼ਾਂ ਨੂੰ ਤਿਆਗੇ ਹੀ, ਜਿਹੜਾ ਨਿੰਦਿਆ ਦਾ ਇਹ ਰੋਗ ਹੈ ਇਸ ਨੂੰ ਵੀ ਛੱਡ ਦੇਣਾ ਕਰੇ। ਖਾਲਸਾ ਸੋਈ ਜੋ ਲੜੈ ਹੋਏ ਆਗੈ। ਸਤਿਗੁਰੂ ਸਾਹਿਬ ਜੀ ਆਖਦੇ ਨੇ ਕਿ ਜਿਹੜਾ ਆਪਣੇ ਸਨਮੁਖ ਹੋ ਕਰਕੇ ਲੜਦਾ ਹੈ, ਜੀਵਨ ਦੀਆਂ ਕਠਿਨਾਈਆਂ ਨੂੰ ਝੱਲਦਾ ਹੈ, ਲੋੜ ਪੈਣ ਤੇ
ਆਪਣੇ ਮੂਹਰੇ ਹੋ ਕਰਕੇ ਜਿਹੜਾ ਸ਼ਸਤਰ ਖਾਂਦਾ ਹੈ, ਕਦੇ ਵੀ ਆਪਣੇ ਜੀਵਨ ਦੇ ਵਿੱਚ ਆਉਣ ਵਾਲੀਆਂ ਕਠਿਨਾਈਆਂ ਤੋਂ ਭੱਜ ਕੇ ਪਿੱਠ ਨਹੀਂ ਫੇਰਦਾ, ਐਸਾ ਜਿਹੜਾ ਜੁਝਾਰੂ ਸਿੱਖ ਹੈ ਉਹੀ ਖਾਲਸਾ ਬਣ ਸਕਦਾ ਹੈ। ਖਾਲਸਾ ਸੋਈ ਜੋ ਦੇਵੈ ਦਾਨਾ। ਜਿਹੜਾ ਆਪਣੇ ਜੀਵਨ ਦੇ ਕਮਾਈ ਦੇ ਵਿੱਚੋਂ ਕੁਝ ਨਾ ਕੁਝ ਦਾਨ ਵੀ ਦੇਣਾ ਕਰੇ। ਇਹ ਨਾ ਹੋਵੇ ਕਿ ਆਪਣੇ ਹੀ ਖਜ਼ਾਨੇ ਭਰਨ ਤੇ ਤੁਰਿਆ ਰਵੇ। ਕੁਝ ਨਾ ਕੁਝ ਜਿਹੜਾ ਆਪਣੇ ਜੀਵਨ ਦੇ ਵਿੱਚੋਂ ਜਿੰਨਾ ਵੀ ਬਣਦਾ ਸਰਦਾ ਹੋਵੇ ਉਹ ਦਾਨ ਵੀ ਦੇਣਾ ਕਰੇ। ਗੁਰਮਤ ਦੀ ਇਹ ਸਿੱਖਿਆ ਹੈ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣਹਿ ਸੀ। ਜਿਹੜਾ ਆਪਣੀ ਘਾਲ ਕਮਾਈ ਦੇ ਵਿੱਚੋਂ ਕੁਝ ਨਾ ਕੁਝ ਦਾਨ ਦੇਵੇ, ਉਹੀ ਅਸਲ ਗੁਰਮਤ ਦਾ ਜਿਹੜਾ ਰਸਤਾ ਹੈ ਉਸ ਨੂੰ ਪਹਿਚਾਣ ਸਕਦਾ ਹੈ। ਕਿਉਂਕਿ ਜਿਹੜੀ ਗੁਰਸਿੱਖੀ ਹੈ ਇਹ ਤੰਗ ਦਿਲੀ ਦੀ ਨਿਸ਼ਾਨੀ ਨਹੀਂ ਹੈ। ਤੰਗ ਦਿਲੀ ਦੇ ਨਾਲ ਜਿਹੜੀ ਗੁਰਸਿੱਖੀ ਹੈ ਇਹ ਨਿਭ ਨਹੀਂ ਸਕਦੀ। ਜਿੰਨਾ ਵੀ ਹੋ ਸਕੇ ਵਿੱਦਿਆ ਦਾ ਦਾਨ, ਆਪਣੇ ਸਮੇਂ ਦਾ ਦਾਨ, ਕਿਸੇ ਨੂੰ ਚੰਗੀ ਸਿੱਖਿਆ ਦਾ ਦਾਨ, ਪੈਸੇ ਦਾ, ਪ੍ਰਸ਼ਾਦੇ ਪਾਣੀ ਦਾ, ਕੱਪੜੇ ਲੀੜੇ ਦਾ ਜਿਹੜਾ ਦਾਨ ਕਰਨਾ, ਇਹ ਖਾਲਸਾ ਬਣਾਉਣ ਵਾਲਾ ਹੈ। ਖਾਲਸਾ ਸੋਈ ਜੋ ਮਾਰੈ ਖਾਨਾ। ਸਤਿਗੁਰੂ ਸਾਹਿਬ ਜੀ ਆਖਦੇ ਨੇ ਕਿ ਖਾਲਸਾ ਉਹੀ ਹੈ ਜੋ ਮਾਰੈ ਖਾਨਾ। ਜਿਹੜਾ ਇਹ ਖਾਨਾ ਸਾਡੀ ਬੁੱਧੀ ਹੈ, ਇਸ ਦੇ ਵਿੱਚੋਂ ਜਿਹੜੀਆਂ ਉੱਠ ਰਹੀਆਂ ਮਾੜੀਆਂ ਵਿਚਾਰਾਂ ਹਨ, ਇਹਨਾਂ ਨੂੰ ਜਿਹੜਾ ਮਾਰ ਦੇਣਾ ਕਰੇ ਉਹੀ ਖਾਲਸਾ ਹੈ। ਖਾਲਸਾ ਸੋਈ ਜੋ ਪੰਚਾ ਕਉ ਮਾਰੈ। ਆਪਣੇ ਜੀਵਨ ਦੇ ਵਿੱਚੋਂ ਇਹ ਜਿਹੜੇ ਪੰਜ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਜਿਹੜੇ ਵਿਕਾਰ ਹਨ, ਆਪਾਂ ਇਹ ਆਮ ਹੀ ਸ਼ਬਦ ਸੁਣਦੇ ਹਾਂ, ਪੰਜ ਵਿਕਾਰ। ਇਹ ਜਿਹੜਾ ਵਿਕਾਰ ਸ਼ਬਦ ਹੈ ਇਸ ਦਾ ਅਰਥ ਕੀ ਹੁੰਦਾ ਹੈ? ਵਿਕਾਰ ਦਾ ਅਰਥ ਹੁੰਦਾ ਹੈ ਬਦਲਣਾ, ਕਿ ਜਿਹੜੇ ਫੁਰਨੇ, ਜਿਹੜੇ ਵਿਚਾਰ ਬਦਲਦੇ ਰਹਿਣ ਉਸ ਨੂੰ ਵਿਕਾਰ ਆਖਿਆ ਜਾਂਦਾ ਹੈ। ਕਦੇ ਜਿਹੜਾ ਮਨੁੱਖ ਹੈ ਉਹ ਕਾਮੀ ਸੁਭਾਅ ਹੁੰਦਾ ਹੈ, ਕਦੇ ਮਨੁੱਖ ਦਾ ਬਦਲ ਕੇ ਸੁਭਾਅ ਜਿਹੜਾ ਕ੍ਰੋਧੀ ਹੋ ਜਾਂਦਾ ਹੈ, ਕਦੇ ਲੋਭੀ ਹੋ ਜਾਂਦਾ ਹੈ। ਇਹ ਜਿਹੜਾ ਬਦਲਦਾ ਹੋਇਆ ਸੁਭਾਅ ਹੈ ਇਸ ਨੂੰ ਵਿਕਾਰ ਆਖਿਆ ਜਾਂਦਾ ਹੈ। ਤੇ ਸਤਿਗੁਰੂ ਸਾਹਿਬ ਜੀ ਆਖਦੇ ਹਨ ਕਿ ਖਾਲਸਾ ਉਹੀ ਹੈ ਜਿਹੜੇ ਆਪਣੇ ਪੰਜੇ ਵਿਕਾਰਾਂ ਨੂੰ ਮਾਰ ਲੈਣਾ ਕਰੇ। ਮਾਰਨ ਤੋਂ ਭਾਵ ਹੈ ਕਿ ਇਹਨਾਂ ਪੰਜਾਂ ਵਿਕਾਰਾਂ ਤੋਂ ਜਿਹੜਾ ਚੰਗਾ ਕੰਮ ਹੈ, ਕਾਮ ਤੋਂ ਇਹ ਕੰਮ ਲਵੇ ਔਲਾਦ ਪੈਦਾ ਕਰਨ ਦਾ, ਕ੍ਰੋਧ ਤੋਂ ਇਹ ਕੰਮ ਲਵੇ ਕਿ ਆਪਣੇ ਜੀਵਨ ਦੇ ਅੰਦਰ ਗੁਰਸਿੱਖੀ ਦਾ, ਆਪਣੀ ਕਮਾਈ ਦਾ ਜਿਹੜਾ ਮਾਨ ਹੈ ਉਹ ਕਰਨਾ ਕਰੇ। ਕਿਉਂਕਿ ਜਿਹੜਾ ਹੰਕਾਰ ਉਹ ਵੱਖਰੀ ਗੱਲ ਹੈ, ਮਾਨ ਹੋਣਾ ਵੱਖਰੀ ਗੱਲ ਹੈ। ਮਾਨ ਦਾ ਹੀ ਦੂਸਰਾ ਪਰਿਵਾਚੀ ਸ਼ਬਦ ਹੈ ਆਤਮ ਵਿਸ਼ਵਾਸ। ਇਸ ਲਈ ਕ੍ਰੋਧ ਦੇ ਕੋਲੋਂ ਇਹ ਕੰਮ ਲੈਣਾ ਕਰੇ, ਲੋਭ ਦੇ ਕੋਲੋਂ ਇਹ ਕੰਮ ਲੈਣਾ ਕਰੇ ਕਿ ਵੱਧ ਤੋਂ ਵੱਧ ਗੁਰਬਾਣੀ ਪੜ੍ਹਨੀ ਔਰ ਪੜ੍ਹਾਉਣੀ, ਜਿੰਨਾ ਹੋ ਸਕੇ ਨਾਮ ਜਪਣ ਦਾ ਜਿਹੜਾ ਲਾਲਚ ਉਹ ਕਰਨਾ। ਜਦੋਂ ਵੀ ਸਮਾਂ ਮਿਲੇ, ਜਦੋਂ ਵੀ ਮੌਕਾ ਮਿਲੇ, ਆਪਣੇ ਜੀਵਨ ਦੇ ਵਿੱਚ ਲੂਟਣਾ ਹੈ ਤਾਂ ਲੂਟ ਲੈ, RAM ਨਾਮ ਹੈ ਲੂਟ। ਇਹ ਮਾਨੋ ਨਾਮ ਦੀ ਲੁੱਟ ਮੱਚੀ ਹੋਈ ਹੈ। ਇਹ ਨਾਮ ਲੁੱਟਣ ਦਾ ਜਿਹੜਾ ਲੋਭ ਹੈ ਉਹ ਕਰਨਾ ਕਰੇ, ਇਹ ਲੋਭ ਤੋਂ ਕੰਮ ਲਵੇ। ਕਾਮ, ਕ੍ਰੋਧ, ਲੋਭ, ਮੋਹ ਤੋਂ ਇਹ ਕੰਮ ਲਵੇ ਕਿ ਆਪਣੇ ਜੀਵਨ ਦੇ ਅੰਦਰ ਮੋਹ ਦਾ ਰੂਪ ਬਦਲ ਕਰਕੇ ਪ੍ਰੇਮ ਦੇ ਵਿੱਚ ਤਬਦੀਲ ਕਰੇ। ਗੁਰਸਿੱਖ ਪਿਆਰਿਆਂ ਦੇ ਨਾਲ, ਸਤਿਗੁਰੂ ਸਾਹਿਬ ਜੀ ਦੇ ਨਾਲ, ਪਰਮੇਸ਼ਰ ਵਾਹਿਗੁਰੂ ਦੇ ਨਾਲ ਜਿਹੜਾ ਪ੍ਰੇਮ ਹੈ ਉਹ ਪਾਉਣਾ ਕਰੇ। ਤੇ ਜਿਹੜਾ ਅਹੰਕਾਰ ਹੈ ਉਸ ਤੋਂ ਇਹ ਕੰਮ ਲਵੇ
ਕਿ ਆਪਣੇ ਜੀਵਨ ਦੇ ਅੰਦਰ ਚੰਗੇ ਗੁਣਾਂ ਦਾ ਜਿਹੜਾ ਚੰਗਾ ਅਹੰਕਾਰ ਕਰਕੇ ਇਹ ਗੱਲ ਆਖੇ ਕਿ ਇਹ ਜਿਹੜੇ ਦੈਵੀ ਗੁਣ ਇਹ ਮੇਰੇ ਹਨ, ਮੈਂ ਇਹਨਾਂ ਨੂੰ ਕਿਸੇ ਵੀ ਕੀਮਤ ਤੇ ਨਾਸ਼ ਨਹੀਂ ਹੋਣ ਦੇਵਾਂਗਾ। ਇਹ ਭਾਵ ਹੈ ਮਾਰਨ ਦਾ। ਜਿਹੜਾ ਇਹਨਾਂ ਨੂੰ ਮਾਰਦਾ ਹੈ, ਇਹਨਾਂ ਤੋਂ ਚੰਗਾ ਕੰਮ ਲੈਂਦਾ ਹੈ, ਸਤਿਗੁਰੂ ਸਾਹਿਬ ਜੀ ਆਖਦੇ ਹਨ ਕਿ ਉਹੀ ਖਾਲਸਾ ਹੈ। ਖਾਲਸਾ ਸੋਈ ਜੋ ਕਰਮਾਂ ਕੋ ਸਾੜੈ। ਖਾਲਸਾ ਉਹੀ ਬਣ ਸਕਦਾ ਹੈ ਜਿਹੜੇ ਆਪਣੇ ਕੀਤੇ ਹੋਏ ਮਾੜੇ ਜਿਹੜੇ ਕਰਮ ਹਨ, ਜਿਸ ਨੂੰ ਆਪਾਂ ਸੰਚਿਤ ਕਰਮ ਆਖਦੇ ਹਾਂ। ਇਹ ਜਿਹੜੇ ਕਰਮ ਨੇ ਇਹ ਤਿੰਨ ਤਰ੍ਹਾਂ ਦੇ ਹੁੰਦੇ ਆ। ਇੱਕ ਕਿਰੇਮਾਨ ਕਰਮ, ਇੱਕ ਸੰਚਿਤ ਕਰਮ, ਇੱਕ ਪ੍ਰਾਰਬਧ ਕਰਮ। ਜਿਹੜੇ ਪ੍ਰਾਰਬਧ ਜਿਹੜੇ ਅਸੀਂ ਭੋਗ ਰਹੇ ਆ, ਜਿਹੜੇ ਸਾਨੂੰ ਸੁਖ ਔਰ ਦੁੱਖ ਪ੍ਰਾਪਤ ਹੋ ਰਹੇ ਆ, ਇਹਨਾਂ ਦਾ ਨਾਮ ਹੈ ਪ੍ਰਾਰਬਧ ਕਰਮ। ਜਿਹੜੇ ਅਸੀਂ ਹੁਣ ਜੀਵਨ ਦੇ ਵਿੱਚ ਕਰ ਰਹੇ ਹਾਂ, ਉਹਨਾਂ ਨੂੰ ਆਖਿਆ ਜਾਂਦਾ ਹੈ ਕਿਰਿਆਮਾਨ ਕਰਮ। ਤੇ ਤੀਸਰੇ ਜਿਹੜੇ ਹਜੇ ਜਮ੍ਹਾਂ ਪਏ ਨੇ, ਜਿਨ੍ਹਾਂ ਦਾ ਫਲ ਅਜੇ ਅਸੀਂ ਭੋਗਣਾ ਹੈ, ਉਹਨਾਂ ਨੂੰ ਆਖਿਆ ਜਾਂਦਾ ਹੈ ਸੰਚਿਤ ਕਰਮ। ਇੱਥੇ ਸਤਿਗੁਰੂ ਸਾਹਿਬ ਜੀ ਉਹਨਾਂ ਸੰਚਿਤ ਕਰਮਾਂ ਦਾ ਜ਼ਿਕਰ ਕਰਦੇ ਆ ਕਿ ਖਾਲਸਾ ਉਹੀ ਹੈ ਜਿਹੜੇ ਆਪਣੇ ਸੰਚਿਤ ਕਰਮਾਂ ਨੂੰ, ਕੀਤੇ ਹੋਏ ਪਾਪਾਂ ਨੂੰ, ਗੁਨਾਹਾਂ ਨੂੰ ਸ਼ਬਦ ਦੀ ਕਮਾਈ ਕਰਕੇ ਮਾਰ ਦੇਣਾ ਕਰੇ। ਖਾਲਸਾ ਸੋਈ ਜੋ ਆਨ ਤਿਆਗੈ। ਸਤਿਗੁਰੂ ਸਾਹਿਬ ਜੀ ਆਖਦੇ ਹਨ ਕਿ ਜਿਹੜਾ ਆਪਣੇ ਜੀਵਨ ਦੇ ਵਿੱਚੋਂ ਆਨ ਕਾਨ ਕਨੌੜ ਜਿਹੜੀ ਹੈ ਉਸ ਨੂੰ ਤਿਆਗ ਦੇਵੇ, ਉਹੀ ਖਾਲਸਾ ਹੈ। ਜਾਂ ਪਾਠ ਆਉਂਦਾ ਹੈ ਖਾਲਸਾ ਸੋਈ ਜੋ ਮਾਨ ਤਿਆਗੈ। ਜਿਹੜਾ ਆਪਣੇ ਜੀਵਨ ਦੇ ਵਿੱਚੋਂ ਹੰਕਾਰ ਨੂੰ ਛੱਡ ਦੇਣਾ ਕਰੇ, ਉਹੀ ਖਾਲਸਾ ਹੈ। ਖਾਲਸਾ ਸੋਈ ਜੋ ਅਨ ਦਿਨ ਜਾਗੈ। ਤੇ ਖਾਲਸਾ ਉਹੀ ਹੈ ਜਿਹੜਾ ਰਾਤ ਦਿਨ ਗਿਆਨ ਦੇ ਵਿੱਚ ਜਾਗਣਾ ਕਰੇ। ਅਗਿਆਨਤਾ ਦੀ ਨੀਂਦ ਦੇ ਵਿੱਚ, ਬੇਸਮਝੀ ਦੀ ਨੀਂਦ ਦੇ ਵਿੱਚ ਸੁੱਤਾ ਹੀ ਨਾ ਰਵੇ ਤੇ ਆਪਣੇ ਸਮੇਂ ਦੇ ਮੁਤਾਬਕ ਜਿਹੜੀ ਬਣਦੀ ਹੋਈ ਡਿਊਟੀ ਹੈ ਉਹ ਵੀ ਕਰਨਾ ਕਰੇ। ਇਹ ਨਾ ਹੋਵੇ ਕਿ ਡਿਊਟੀ ਕੋਈ ਹੋਰ ਹੀ ਭੁਗਤਾਉਂਦਾ ਫਿਰੇ। ਖਾਲਸਾ ਉਹੀ ਹੈ ਜਿਹੜਾ ਅਨ ਦਿਨ ਜਿਹੜਾ ਸ਼ਬਦ ਹੈ, ਦੇਖੋ ਆਪਾਂ ਅੱਜ ਦੇ ਸਮੇਂ ਦੇ ਅੰਦਰ ਜਿਹੜੀ ਵਿੱਦਿਆ ਹੈ ਇਸ ਨੂੰ ਭੁੱਲਦੇ ਜਾ ਰਹੇ ਹਾਂ। ਅਨ ਦਿਨ ਸ਼ਬਦ ਦੇ ਅਰਥ ਦੇਖੋ ਕੈਸੇ ਬਣਦੇ ਆ। ਇੱਥੇ ਇੱਕ ਅਨ ਸ਼ਬਦ ਹੈ ਤੇ ਦੂਸਰਾ ਹੈ ਦਿਨ। ਦਿਨ ਤਾਂ ਹੋ ਗਿਆ ਜਿਹੜਾ ਇਹ ਚਿੱਟਾ ਚੜਿਆ ਹੋਇਆ ਦਿਨ ਹੈ, ਤੇ ਰਾਤ ਕਿਵੇਂ ਆਉਂਦਾ ਹੈ? ਅਨ ਦਾ ਅਰਥ ਹੁੰਦਾ ਹੈ ਹੋਰ। ਦਿਨ ਤੋਂ ਪਰੇ ਹੋਰ ਕੀ ਹੈ? ਉਹ ਹੈ ਰਾਤ। ਇੱਦਾਂ ਫਿਰ ਅਨ ਦਿਨ ਦਾ ਅਰਥ ਬਣਦਾ ਹੈ ਦਿਨ ਔਰ ਰਾਤ। ਜਾਗਣ ਤੋਂ ਭਾਵ ਇਹ ਹੈ ਕਿ ਆਪਣਾ ਜਿਹੜਾ ਜੀਵਨ ਹੈ ਇਸ ਨੂੰ ਗਿਆਨ ਦੇ ਵਿੱਚ ਜਿਉਣਾ ਕਰੇ। ਜਿਹੜਾ ਵੀ ਕਰਮ ਕਰਨਾ ਉਸ ਨੂੰ ਸੋਚ ਕੇ ਸਮਝ ਕੇ ਕਰੇ ਕਿ ਇਹ ਜੋ ਕੁਝ ਵੀ ਮੈਂ ਕਰ ਰਿਹਾ ਹਾਂ ਇਸ ਦਾ ਫਲ ਕੀ ਹੋਵੇਗਾ। ਆਪਣਾ ਜੀਵਨ ਬੇਸਮਝੀ ਦੇ ਵਿੱਚ ਨਾ ਗੁਜ਼ਾਰ ਦੇਣਾ ਕਰੇ। ਸਮਝ ਦੇ ਵਿੱਚ ਹੋ ਕਰਕੇ, ਗਿਆਨ ਦੀ ਪ੍ਰਾਪਤੀ ਕਰਕੇ ਜਿਹੜਾ ਜੀਵਨ ਜਿਉਂਦਾ ਹੈ, ਇਸ ਗਿਆਨ ਦੇ ਵਿੱਚ ਜਿਹੜਾ ਜਾਗਦਾ ਹੈ, ਖਾਲਸਾ ਸੋਈ ਉਹੀ ਖਾਲਸਾ ਹੈ, ਉਹੀ ਪਵਿੱਤਰ ਮਨ ਵਾਲਾ ਹੈ। ਇਹ ਸਤਿਗੁਰੂ ਸਾਹਿਬ ਜੀ ਨੇ ਸਾਡੇ ਤਾਈਂ ਸਿੱਖਿਆਵਾਂ ਦਿੱਤੀਆਂ ਨੇ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਅਸੀਂ ਇਹਨਾਂ ਬਚਨਾਂ ਦੇ ਧਾਰਨੀ ਹੋ ਕਰਕੇ ਆਪਣਾ ਲੋਕ ਸੁਖੀਆ ਪਰਲੋਕ ਸੁਹੇਲਾ ਕਰਨਾ ਕਰੀਏ। ਸਤਿਗੁਰੂ ਸਾਹਿਬ ਜੀ ਸਾਡੇ ਸਭਨਾਂ ਦੇ ਉੱਪਰ ਕਿਰਪਾ ਕਰਨ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣਾ ਜੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ
ਸਮਾਪਤੀ ਕਰਨਾ ਕਰੀਏ ਜੀ। ਖਾਲਸਾ ਸੋਈ ਜੋ ਆਨ ਤਿਆਗੈ। ਖਾਲਸਾ ਸੋਈ ਜੋ ਅਨ ਦਿਨ ਜਾਗੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।